ਜਿਹੜੀਆਂ ਯੂਨੀਵਰਸਿਟੀਜ਼ ਨੇ, ਜਿਹੜੇ ਕਾਲਜਸ ਨੇ, ਜਿਹੜੇ ਪ੍ਰਾਈਵੇਟ ਕੀਤੇ ਹੋਏ ਨੇ, ਮੈਂ ਉਹਨਾਂ ਨੂੰ ਫੈਕਟਰੀਜ਼ ਗਿਣਦਾ ਕਿ ਉਹ ਫੈਕਟਰੀਜ਼ ਨੇ, ਉਹਨਾਂ ਨੂੰ ਕੱਚਾ ਮਾਲ ਚਾਹੀਦਾ। ਉਹਨਾਂ ਦੇ ਸਮਝੌਤੇ ਕੀਤੇ ਹੋਏ ਨੇ ਲੀਡਰਾਂ ਨਾਲ। ਜੇ ਲੀਡਰ ਇੱਦਾਂ ਦੀਆਂ ਪਾਲਿਸੀਆਂ ਨਾ ਘੜਨਗੇ ਕਿ ਬੱਚਿਆਂ ਨੂੰ ਫੇਲ ਕਰਨਗੇ, ਤੇ ਉਹਨਾਂ ਦੀਆਂ ਫੈਕਟਰੀ ਦੇ ਵਿੱਚ ਕੱਚਾ ਮਾਲ ਕਿੱਥੋਂ ਜਾਊਗਾ? ਪਰ ਜਿਹੜਾ ਹੁਣ ਸਿਸਟਮ ਹੋ ਗਿਆ ਕਿ ਜਿਹੜੀ ਪਹਿਲਾਂ ਗੱਲ ਕੀਤੀ ਕਿ ਪਹਿਲਾਂ ਤਾਂ ਮੋਬਾਈਲ ਤੋਂ ਰੋਕਿਆ ਜਾਂਦਾ ਸੀ, ਹੁਣ ਪਿਛਲੇ 1 ਸਾਲ ਤੋਂ 1.5 ਸਾਲ ਤੋਂ ਸਾਡੇ ਬੱਚਿਆਂ ਦੇ ਹੱਥਾਂ ਵਿੱਚ ਮੋਬਾਈਲ ਦਿੱਤੇ ਹੋਏ ਆ। ਐਜੂਕੇਸ਼ਨ ਉਹਨਾਂ ਕੋਲੇ ਹੋਏ ਨਹੀਂ ਗੀ। ਬੱਚੇ ਸਾਡੇ ਕੋਲੇ ਆਉਂਦੇ ਆ ਜੀ, 85% ਨੰਬਰ ਹੈ ਜੀ, 90% ਨੰਬਰ ਆ। 85-90% ਨੰਬਰਾਂ ਨੂੰ ਅਸੀਂ ਕੀ ਕਰੀਏ ਜਦੋਂ ਤੁਹਾਨੂੰ ਆਉਂਦਾ ਹੀ ਕੁਛ ਨਹੀਂ। ਇਹ ਸਾਰਾ ਸਾਡਾ ਜਿਹੜਾ ਗੇਮ ਆ ਨਾ, ਜਿਹੜੀ ਤੁਸੀਂ ਇਹ ਦੇਖੋ ਵੀ ਕਈ ਸਰਕਾਰੀ ਅਹੁਦਿਆਂ ਦੇ ਉੱਤੇ, ਮਤਲਬ ਸਰਕਾਰੀ ਜਿਹੜੇ MLAs ਨੇ ਜਾਂ ਜਿਹੜੇ ਮਿਨਿਸਟਰਸ ਬਣਦੇ ਨੇਗੇ, ਕਿੰਨੀਆਂ ਪੜ੍ਹੇ ਨੇ ਉਹ, ਕੀ ਉਹਨਾਂ ਨੂੰ ਪਾਲਿਸੀਜ਼ ਦੀ ਸਮਝ ਆਓ, ਕੀ ਕਰਨਗੇ? ਜਿਹੜੇ ਦੇਸ਼ ਦਾ ਪ੍ਰਾਈਮ ਮਿਨਿਸਟਰ, ਗ੍ਰਹਿ ਮੰਤਰੀ ਰੈਲੀਆਂ ਕਰ ਰਹੇ ਨੇ, ਕੀ ਅਸੀਂ ਉਮੀਦ ਰੱਖੀਏ? ਕਦੇ ਮਾਸਕ ਨਹੀਂ ਪਹਿਨਿਆ ਹੋਇਆ ਉਹਨਾਂ ਦੇ। ਇੰਨੀ ਭੀੜ ਵਾਲੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਨੇ, ਕੋਈ ਕੁਛ ਨਹੀਂ ਕਹਿ ਰਿਹਾ। ਮੈਨੂੰ ਲੱਗਦਾ ਕਿ ਕਾਂਗਰਸ ਦੀ ਸਰਕਾਰ ਦੁਬਾਰਾ ਆ ਹੀ ਜਾਣੀ ਹੈ, ਅਤੇ ਕੈਪਟਨ ਸਰਕਾਰ ਨੂੰ ਸਾਡੀ ਬੇਨਤੀ ਹੈ ਵੀ ਸਰਕਾਰ ਹੁਣੇ ਭੰਗ ਕਰ ਦਿਓ, ਇਲੈਕਸ਼ਨ ਦਾ ਐਲਾਨ ਕਰ ਦਿਓ, ਕਰੋਨਾ ਭੱਜ ਜੂਗਾ। ਕਿਉਂਕਿ ਜਿੱਥੇ ਇਲੈਕਸ਼ਨ ਹੋ ਰਿਹਾ ਉੱਥੇ ਕਰੋਨਾ ਹੈ ਨਹੀਂ ਗਾ। ਇਸ ਟਾਈਮ ਹਾਲਾਤ ਕੀ ਬਣੇ ਹੋਏ ਨੇ ਕਿ ਅਡਾਨੀ ਦੀ ਜਿਹੜੀ ਟੋਟਲ ਵੈਲਥ ਹੈ, ਜਿਹੜੀ ਪਿਛਲੇ 1 ਸਾਲ 'ਚ ਬਣੀ ਹੈ, ਉਹਨੇ ਬਿਲ ਗੇਟਸ ਵਰਗਿਆਂ ਨੂੰ ਪਿੱਛੇ ਸੁੱਟ ਦਿੱਤਾ। ਪ੍ਰਧਾਨ ਮੰਤਰੀ ਮਾਸਕ ਨਹੀਂ ਲਊਗਾ, ਕੋਈ ਚੱਕਰ ਨਹੀਂ। ਆਮ ਪਬਲਿਕ ਦੇ ਮਾਸਕ ਨਹੀਂ ਲੱਗਿਆ ਹੋਊਗਾ, ਉਹ ਤੋਂ ਜੁਰਮਾਨਾ ਵਸੂਲਿਆ ਜਾਊਗਾ। ਫਿਰ ਇਹ ਕੀ ਚੱਲ ਰਿਹਾ ਸਾਰਾ ਕੁਛ? ਅਗਲਾ ਸਵਾਲ ਮੇਰਾ ਦਿਲਬਾਗ ਜੀ ਤੁਹਾਡੇ ਤੋਂ ਹੈ। ਹੁਣ ਮੇਰਾ ਸਵਾਲ ਹੈ ਆਈਲੈਟਸ ਨੂੰ ਲੈ ਕੇ, ਕਿਉਂਕਿ ਸਾਡੇ ਪੰਜਾਬ ਦੇ ਵਿੱਚ ਆਈਲੈਟਸ ਦਾ ਰੁਝਾਨ ਬਹੁਤ ਜ਼ਿਆਦਾ ਹੈ। ਜਿਸ ਹਿਸਾਬ ਨਾਲ, ਜੇ ਅਸੀਂ ਸਿੱਧਾ ਵੀ ਗੱਲ ਕਰੀਏ, ਮਾਪਿਆਂ ਦਾ ਵੀ ਕਸੂਰ ਨਹੀਂ। ਜਿਸ ਹਿਸਾਬ ਨਾਲ ਰੁਜ਼ਗਾਰ ਘਟਦਾ ਜਾਂਦਾ, ਨਿੱਜੀਕਰਨ ਹੁੰਦਾ ਜਾਂਦਾ, ਤਾਂ ਇੱਥੇ ਭਵਿੱਖ ਵੀ ਨਹੀਂ। ਹੁਣ ਵਿਦੇਸ਼ ਜਾਣ ਦੇ ਵਿੱਚ ਰੁਝਾਨ ਹੈ। ਪਰ ਜਿਵੇਂ ਹੁਣ ਸਾਡੀ ਸਿੱਖਿਆ ਆਨਲਾਈਨ ਹੋਈ ਹੈ, ਕਰੋਨਾ ਦੇ ਚੱਲਦਿਆਂ, ਤੁਹਾਡੇ ਕੋਲੇ ਬੱਚੇ ਆਏ ਹੋਣਗੇ ਜਿਹੜੇ ਪਿਛਲੇ ਸਾਲ +2 ਪਾਸ ਕਰ ਗਏ, ਜਿਨ੍ਹਾਂ ਨੂੰ ਕਹਿ ਦਿੱਤਾ ਸਰਕਾਰ ਨੇ ਕਿ ਪਾਸ ਕਰ ਦਿਓ, ਜਾਂ ਐਤਕੀ ਵੀ ਆ ਰਹੇ ਹੋਣਗੇ। ਕਿਵੇਂ ਉਹ ਜਿਹੜੇ ਪਹਿਲਾਂ ਬੱਚੇ ਹੁੰਦੇ ਸੀ, ਜਿਹੜੇ ਸਕੂਲਾਂ 'ਚੋਂ ਪੜ੍ਹ ਕੇ ਆਉਂਦੇ ਸੀ, ਅਤੇ ਜਿਹੜੇ ਇਹ ਬੱਚੇ ਆਏ ਆ, ਇਹਨਾਂ 'ਚ ਕੀ ਫਰਕ ਹੈ, ਕੀ ਪ੍ਰਭਾਵ ਪਿਆ ਆਨਲਾਈਨ ਸਿੱਖਿਆ ਦੇ? ਮਨਿੰਦਰ ਜੀ, ਪਹਿਲਾਂ ਤਾਂ ਜਿਹੜਾ ਸਾਡਾ ਇੰਡੀਅਨ ਐਜੂਕੇਸ਼ਨ ਸਿਸਟਮ ਆ, ਉਹ ਇੱਕ ਇਸ ਤਰ੍ਹਾਂ ਦਾ ਸਿਸਟਮ ਹੈ ਜਿਹਦੇ ਵਿੱਚ ਇਕੱਲੀ ਥਿਊਰੀ ਪੜ੍ਹਾਈ ਜਾਂਦੀ ਹੈ, ਪ੍ਰੈਕਟੀਕਲ ਵਰਕ ਨਹੀਂ ਹੈਗਾ। ਮੈਂ ਆਪਣੇ ਦੋਸਤ ਇੱਕ ਆਰਕੀਟੈਕਟ ਆ, ਉਹਨਾਂ ਨੇ ਮੈਨੂੰ ਇੱਕ ਗੱਲ ਦੱਸੀ ਕਿ 95% ਜਿਹੜੇ ਸਿਵਲ ਇੰਜੀਨੀਅਰਸ ਹੁੰਦੇ ਨੇ ਨਾ, ਉਹਨਾਂ ਨੂੰ ਇੱਟ ਦਾ ਸਾਈਜ਼ ਨਹੀਂ ਪਤਾ ਹੁੰਦਾ ਕਿ ਇੱਟ ਦਾ ਸਾਈਜ਼ ਕੀ ਹੈ। ਇੱਦਾਂ ਦੀ ਸਾਡੀ ਪੜ੍ਹਾਈ ਹੈ। ਮੈਂ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਆ ਹਿਸਟਰੀ ਦੇ ਵਿੱਚ, ਅਤੇ ਮੈਂ 2009 'ਚ ਆਸਟ੍ਰੇਲੀਆ ਗਿਆ ਸੀ। ਅਤੇ ਜਿਹੜਾ ਕੁਛ ਵੀ ਮੈਂ ਆਪਣੀ ਲਾਈਫ ਦੇ ਵਿੱਚ ਸਿੱਖਿਆ ਜਾਂ ਮੈਂ ਜਿਹਦੇ ਸਿਰ 'ਤੇ ਰੋਟੀ ਕਮਾ ਰਿਹਾ, ਉਹ ਸਿਰਫ ਅਤੇ ਸਿਰਫ ਜਿਹੜੇ ਆਸਟ੍ਰੇਲੀਆ ਦੇ ਵਿੱਚ ਮੈਂ 5 ਸਾਲ ਲਾਏ ਸੀਗੇ, ਉਹਨਾਂ ਨੇ ਮੈਨੂੰ ਸਿਖਾਇਆ। ਸੋ ਮੈਂ ਗੱਲ ਕਰਨ ਲੱਗਾ ਸੀ ਇੰਡੀਅਨ ਐਜੂਕੇਸ਼ਨ ਸਿਸਟਮ ਦੀ, ਜਿਹਦੇ ਵਿੱਚ ਪ੍ਰੈਕਟੀਕਲ ਨਾਂ ਦੀ ਕੋਈ ਚੀਜ਼ ਨਹੀਂ ਹੈਗੀ। ਪਹਿਲੀ ਗੱਲ ਤਾਂ ਇੱਥੇ ਸਾਨੂੰ ਮਾਰ ਪੈ ਰਹੀ ਹੈ। ਦੂਸਰੀ ਗੱਲ ਇਹ ਹੈ ਕਿ ਜਿਹੜੀ ਖਾਸ ਕਰਕੇ ਪੰਜਾਬ ਦੇ ਵਿੱਚ ਜਿਹੜੀ ਪਹਿਲਾਂ ਗੱਲ ਕੀਤੀ ਸੀ ਨਾ, ਪਾਸ ਕਰਨ ਵਾਲੀ ਸਰ ਨੇ ਗੱਲ ਕੀਤੀ ਸੀ ਕਿ ਪਾਸ ਕੀਤਾ ਜਾ ਰਿਹਾ ਜੀ ਬੱਚਿਆਂ ਨੂੰ, ਇਹ ਸਿਰਫ ਅਤੇ ਸਿਰਫ ਸਰਕਾਰਾਂ ਦੀ ਅੰਕੜਿਆਂ ਦੀ ਗੇਮ ਹੈ ਕਿ ਅਸੀਂ ਅੰਕੜੇ ਦਿਖਾਉਣੇ ਆ ਹਰ ਸਾਲ ਕਿ ਦੇਖੋ ਜੀ ਅਸੀਂ ਇੰਨੇ ਬੰਦੇ ਪਾਸ ਕਰਤੇ। ਠੀਕ ਹੈ, ਸਾਡੇ ਪਰਸੈਂਟੇਜ ਆ ਜਿਹੜਾ ਪਾਸ ਹੋਣ ਦਾ, ਉਹ ਪਿਛਲੇ ਸਾਲ 80 ਸੀ, ਐਤਕੀ 85 ਹੋ ਗਿਆ। ਉਹ ਆਪਣੀ ਗੇਮ ਚੱਲ ਰਿਹਾ ਕਿਉਂਕਿ ਉਹਨਾਂ ਨੇ ਵੋਟਾਂ ਲੈਣੀਆਂ। ਇੰਨੀ ਆਬਾਦੀ 10 ਪੜ੍ਹੀ ਆ, ਇੰਨੀ ਆਬਾਦੀ ਸਾਡੀ +2 ਪੜ੍ਹੀ। ਹੋਰ ਕੁਛ ਨਹੀਂ ਹੈਗਾ। ਜਿਹੜੀਆਂ ਯੂਨੀਵਰਸਿਟੀਜ਼ ਨੇ, ਜਿਹੜੇ ਕਾਲਜਸ ਨੇ, ਜਿਹੜੇ ਪ੍ਰਾਈਵੇਟ ਕੀਤੇ ਹੋਏ ਨੇ, ਮੈਂ ਉਹਨਾਂ ਨੂੰ ਫੈਕਟਰੀਜ਼ ਗਿਣਦਾ ਕਿ ਉਹ ਫੈਕਟਰੀਜ਼ ਨੇ, ਉਹਨਾਂ ਨੂੰ ਕੱਚਾ ਮਾਲ ਚਾਹੀਦਾ। ਉਹਨਾਂ ਦੇ ਸਮਝੌਤੇ ਕੀਤੇ ਹੋਏ ਨੇ ਲੀਡਰਾਂ ਨਾਲ। ਜੇ ਲੀਡਰ ਇੱਦਾਂ ਦੀਆਂ ਪਾਲਿਸੀਆਂ ਨਾ ਘੜਨਗੇ ਕਿ ਬੱਚਿਆਂ ਨੂੰ ਫੇਲ ਕਰਨਗੇ, ਤੇ ਉਹਨਾਂ ਦੀਆਂ ਫੈਕਟਰੀ ਦੇ ਵਿੱਚ ਕੱਚਾ ਮਾਲ ਕਿੱਥੋਂ ਜਾਊਗਾ? ਸੋ ਉਹਨਾਂ ਨੂੰ ਕੱਚਾ ਮਾਲ ਚਾਹੀਦਾ। ਉਸ ਤੋਂ ਇਲਾਵਾ ਉੱਥੇ ਵੀ ਮੇਰੀ ਜਾਣ ਪਛਾਣ ਵਾਲੇ ਜਿਹੜੇ ਟੀਚਰਸ ਨੇ, ਉਹ ਕੰਮ ਕਰਦੇ ਨੇ। ਉਹ ਕਹਿੰਦੇ ਨੇ ਕਿ ਸਾਨੂੰ ਇਹ ਕਿਹਾ ਜਾਂਦਾ ਹੈ ਕਿ 65 ਤੋਂ 70% ਜਿਹੜੇ ਨੰਬਰ ਨੇ ਉਹ ਦੇਣੇ ਨੇ ਬੱਚਿਆਂ ਨੂੰ, ਤੁਸੀਂ ਫੇਲ ਨਹੀਂ ਕਰਨਾ ਬੱਚੇ ਨੂੰ, ਕਿਉਂਕਿ ਜੇ ਇੱਕ ਵਾਰੀ ਬੱਚਾ ਫੇਲ ਕਰਤਾ, ਉਹਦੇ ਲਈ ਕੋਈ ਹੋਰ ਯੂਨੀਵਰਸਿਟੀ ਹੈਗੀ ਆ, ਉਹ ਉੱਥੇ ਚਲਾ ਜਾਊਗਾ। ਇਸ ਕਰਕੇ ਜਿਹੜੀ ਸਾਰੀ ਗੇਮ ਹੈ, ਇਹ ਸਿੱਖਿਆ ਨਾ ਦੇ ਕੇ ਵੀ ਤੁਹਾਡੇ ਪੱਲੇ ਕੁਛ ਹੈਗਾ। ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਗੱਲ ਸ਼ੇਅਰ ਕਰਦਾ ਕਿ ਹੁਣ USA ਦੇ ਵਿੱਚ ਕਈ ਇੱਦਾਂ ਦੀਆਂ ਕੰਪਨੀਆਂ ਨੇ ਜਿਨ੍ਹਾਂ ਨੇ ਆਪਣੀ ਜਿਹੜੀ ਜਦੋਂ ਉਹ ਤੁਸੀਂ ਅਪਲਾਈ ਕਰਨੀ ਹੁੰਦੀ ਉੱਥੇ ਜੋਬ, ਉੱਥੇ ਅਨਐਜੂਕੇਟਡ ਦਾ ਖਾਨਾ ਰੱਖਿਆ ਹੋਇਆ। ਕਿਉਂ ਰੱਖਿਆ ਹੋਇਆ ਉਹਨਾਂ ਨੇ ਅਨਐਜੂਕੇਟਡ ਦਾ ਖਾਨਾ? ਉਹ ਕਹਿੰਦੇ ਤੁਹਾਡੇ ਕੋਲ ਨੌਲੇਜ ਹੈਗੀ ਹੈ, ਚਾਹੇ ਤੁਸੀਂ ਅਨਐਜੂਕੇਟਡ ਹੋ, ਤੁਸੀਂ ਸਾਡੀ ਕੰਪਨੀ 'ਚ ਜੋਬ ਕਰ ਸਕਦੇ ਹੋ, ਬਟ ਅਸੀਂ ਕਿਸ ਚੀਜ਼ ਵੱਲ ਜਾ ਰਹੇ ਹਾਂ? ਸਿਰਫ ਅਤੇ ਸਿਰਫ ਸਰਟੀਫਿਕੇਟਸ ਵੱਲ। ਮੇਰੇ ਕੋਲ ਪੋਸਟ ਗ੍ਰੈਜੂਏਸ਼ਨ ਦੇ ਸਰਟੀਫਿਕੇਟ ਪਏ ਨੇ, ਘਰੇ ਪਏ ਆ ਮੇਰੇ ਕੋਲ। ਡਿਗਰੀਆਂ ਕਿਹੜੇ ਕੰਮ ਦੀਆਂ ਨੇ ਉਹ? ਮੈਂ ਇੰਗਲਿਸ਼ ਪੜ੍ਹਾ ਕੇ ਆਪਣਾ ਗੁਜ਼ਾਰਾ ਕਰ ਰਿਹਾ। ਉਹ ਵੀ ਮੈਨੂੰ ਤਾਂ ਆ ਗਈ ਕਿਉਂਕਿ ਮੈਂ ਆਸਟ੍ਰੇਲੀਆ, ਇੱਥੇ ਤਾਂ ਮੇਰੇ 5.5 ਬੈਂਡ ਆਏ ਸੀ। ਆਸਟ੍ਰੇਲੀਆ ਚਲਾ ਗਿਆ, ਉੱਥੋਂ ਸਿੱਖ ਕੇ ਵਾਪਸ ਆ ਗਿਆ। ਸੋ ਪਹਿਲਾਂ ਜਿਹੜੇ 6ਵੀਂ ਤੋਂ 9ਵੀਂ ਤੱਕ ਪਹਿਲਾਂ ਜਿਹੜੇ ਬੱਚੇ ਫੇਲ ਨਹੀਂ ਕੀਤੇ, ਉਹਦਾ ਪਹਿਲਾਂ ਵੀ ਸਾਨੂੰ ਖਮਿਆਜਾ ਭੁਗਤਣਾ ਪਿਆ ਕਿ ਬੱਚਿਆਂ ਕੋਲ ਕੁਛ ਨਹੀਂ ਹੈਗੀ ਸੀ, ਕੋਈ ਜਾਣਕਾਰੀ ਹੈ ਨਹੀਂ ਸੀਗੀ। ਪਰ ਜਿਹੜਾ ਹੁਣ ਸਿਸਟਮ ਹੋ ਗਿਆ ਕਿ ਜਿਹੜੀ ਪਹਿਲਾਂ ਗੱਲ ਕੀਤੀ ਕਿ ਪਹਿਲਾਂ ਤਾਂ ਮੋਬਾਈਲ ਤੋਂ ਰੋਕਿਆ ਜਾਂਦਾ ਸੀ, ਹੁਣ ਪਿਛਲੇ 1 ਸਾਲ ਤੋਂ 1.5 ਸਾਲ ਤੋਂ ਸਾਡੇ ਬੱਚਿਆਂ ਦੇ ਹੱਥਾਂ ਵਿੱਚ ਮੋਬਾਈਲ ਦਿੱਤੇ ਹੋਏ ਆ। ਐਜੂਕੇਸ਼ਨ ਉਹਨਾਂ ਕੋਲੇ ਹੋਏ ਨਹੀਂ ਗੀ। ਬੱਚੇ ਸਾਡੇ ਕੋਲੇ ਆਉਂਦੇ ਆ ਜੀ, 85% ਨੰਬਰ ਹੈ ਜੀ, 90% ਨੰਬਰ ਆ। 85-90% ਨੰਬਰਾਂ ਨੂੰ ਅਸੀਂ ਕੀ ਕਰੀਏ ਜਦੋਂ ਤੁਹਾਨੂੰ ਆਉਂਦਾ ਹੀ ਕੁਛ ਨਹੀਂ। ਹਾਲਾਤ ਇਹ ਹੋਏ ਪਏ ਆ ਕਿ B.Tech ਕਰੀ ਫਿਰਦਾ ਬੰਦਾ, ਉਹਨੂੰ ਕਹਿੰਦਾ ਮੈਨੂੰ ਕੁਛ ਨਹੀਂ ਆਉਂਦਾ ਜੀ, ਕੰਮ ਕਰਵਾ ਲਓ ਮੇਰੇ ਤੋਂ।
ਸਾਡੇ ਦੋਸਤ ਹੈ ਗੌਰਵ ਖੰਨਾ ਜੀ, ਉਹ ਦੱਸ ਰਹੇ ਸੀ, ਕਹਿੰਦੇ ਜੇ ਬੀਟੈਕ ਦੀ ਡਿਗਰੀ ਵਧੀਆ ਤਰੀਕੇ ਨਾਲ ਕੀਤੀ ਹੋਵੇ ਕੋਈ ਵੀ ਬੰਦਾ ਭੁੱਖਾ ਨਹੀਂ ਮਰਦਾ, ਉਹ ਹਮੇਸ਼ਾ ਕੰਮ ਉਹਨੂੰ ਮਿਲੂਗਾ ਹੀ ਮਿਲੂਗਾ। ਪਰ ਅੱਜ ਸਾਡੇ ਬੰਦੇ ਬੀਟੈਕ ਕਰਨ ਵਾਲੇ ਵੀ ਘਰਾਂ 'ਚ ਵਿਹਲੇ ਬੈਠੇ ਹੋਏ ਆ। ਇਹ ਸਾਰਾ ਸਾਡਾ ਜਿਹੜਾ ਗੇਮ ਆ ਨਾ, ਜਿਹੜੀ ਤੁਸੀਂ ਇਹ ਦੇਖੋ ਵੀ ਕਈ ਸਰਕਾਰੀ ਅਹੁਦਿਆਂ ਦੇ ਉੱਤੇ, ਮਤਲਬ ਸਰਕਾਰੀ ਜਿਹੜੇ MLAs ਨੇ ਜਾਂ ਜਿਹੜੇ ਮਿਨਿਸਟਰਸ ਬਣਦੇ ਨੇਗੇ, ਕਿੰਨੀਆਂ ਪੜ੍ਹੇ ਨੇ ਉਹ, ਕੀ ਉਹਨਾਂ ਨੂੰ ਪਾਲਿਸੀਜ਼ ਦੀ ਸਮਝ ਆ, ਉਹ ਕੀ ਕਰਨਗੇ? ਪਹਿਲੀ ਗੱਲ ਤਾਂ 140 ਕਰੋੜ ਦੀ ਆਬਾਦੀ ਵਾਲੇ ਮੁਲਕ ਦੇ ਵਿੱਚ ਐਡੀ ਡੈਂਸ ਪਾਪੂਲੇਸ਼ਨ ਜਿੱਥੇ ਰਹਿੰਦੀ ਆ, ਉੱਥੇ ਲੋਕਡਾਊਨ ਲਗਾਉਣਾ ਮੇਰੇ ਤਾਂ ਸਮਝੋ ਪਰੇ ਆ। ਮੈਂ ਸ਼ੁਰੂਆਤ ਦੇ ਵਿੱਚ ਮੈਂ ਇਸ ਚੀਜ਼ ਦਾ ਹਮਾਇਤੀ ਵੀ ਰਿਹਾ ਕਿ ਲੋਕਡਾਊਨ ਲਗਾ ਕੇ ਸ਼ਾਇਦ ਚੀਜ਼ਾਂ ਨੂੰ ਠੀਕ ਕੀਤਾ ਜਾਵੇ, ਪਰ ਉਸ ਪੀਰੀਅਡ ਦੇ ਦਰਮਿਆਨ ਜਦੋਂ ਮੈਂ ਦੂਸਰੀਆਂ ਬਿਮਾਰੀਆਂ ਤੋਂ ਮਰਨ ਵਾਲਿਆਂ ਦੀ ਗਿਣਤੀ ਦੇਖਦਾ ਤਾਂ ਇੱਕ ਅੰਕੜਾ ਕਹਿੰਦਾ ਹੈ WHO ਦਾ ਕਿ TB ਨਾਲ ਹਰ ਸਾਲ 15 ਲੱਖ ਬੰਦਾ ਮਰ ਜਾਂਦਾ ਡੇਲੀ। ਪੂਰੀ ਦੁਨੀਆ ਦੇ ਵਿੱਚ 30 ਤੋਂ ਲੈ ਕੇ 35,000 ਮੌਤ ਹੁੰਦੀ ਹੈ, ਪਰ ਜੇ ਉਹ ਸਾਨੂੰ ਡੇਲੀ TV ਤੇ ਦਿਖਾਉਣ ਲੱਗ ਜਾਣ ਅਸੀਂ ਡਰਨ ਲੱਗ ਜਾਵਾਂਗੇ ਕਿ ਯਾਰ ਡੇਲੀ 30,000 ਬੰਦਾ ਮਰਦਾ। ਇਹ ਸਾਰੇ ਅੰਕੜੇ WHO ਦੀ ਵੈਬਸਾਈਟ ਤੇ ਪਏ ਆ। ਫਿਰ ਇਹਦਾ ਕੋਈ ਡੈਥ ਰੇਟ ਇੰਨਾ ਨਹੀਂ ਹੈਗਾ ਕਿ 100 ਦੇ ਵਿੱਚੋਂ ਜੀ 30 ਬੰਦੇ ਮਰ ਗਏ ਜਾਂ 40 ਬੰਦੇ ਮਰ ਗਏ, ਠੀਕ ਹੈ। ਪਹਿਲਾਂ ਹਾਂ ਸਾਨੂੰ ਲੱਗਿਆ ਸਾਡੇ ਲਈ ਬੜਾ ਵੱਡਾ ਹੋਊਗਾ, ਕੀਤਾ ਗਿਆ। ਜਿਹੜੇ ਦੇਸ਼ ਦਾ ਪ੍ਰਾਈਮ ਮਿਨਿਸਟਰ, ਗ੍ਰਹਿ ਮੰਤਰੀ ਰੈਲੀਆਂ ਕਰ ਰਹੇ ਨੇ, ਕੀ ਅਸੀਂ ਉਮੀਦ ਰੱਖੀਏ? ਕਦੇ ਮਾਸਕ ਨਹੀਂ ਪਹਿਨਿਆ ਹੋਇਆ ਉਹਨਾਂ ਦੇ, ਇੰਨੀ ਭੀੜ ਵਾਲੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਨੇ, ਕੋਈ ਕੁਛ ਨਹੀਂ ਕਹਿ ਰਿਹਾ। ਬਸ ਜਿਹੜਾ ਬੰਦਾ ਰੈਲੀ ਤੋਂ ਵਾਪਸ ਆ ਰਿਹਾ ਕਿ ਉਹ ਆਪਣੇ ਬੱਚਿਆਂ ਕੋਲ ਨਹੀਂ ਆ ਰਿਹਾ? ਜਿਹੜਾ ਬੰਦਾ ਸ਼ਹਿਰ 'ਚ ਕੋਈ ਰੇਹੜੀ ਫੜੀ ਦਾ ਕੰਮ ਕਰਦਾ ਕਿ ਉਹ ਆਪਣੇ ਬੱਚਿਆਂ ਕੋਲ ਵਾਪਸ ਨਹੀਂ ਆ ਰਿਹਾ? ਕੀ ਤੁਸੀਂ ਆਪਦੇ ਬੱਚਿਆਂ ਕੋਲ ਸ਼ਾਮ ਨੂੰ ਵਾਪਸ ਨਹੀਂ ਜਾਓਗੇ? ਕਿ ਜਿਹੜਾ ਬੰਦਾ ਮਾਰਕੀਟ ਦੇ ਵਿੱਚੋਂ ਸਬਜ਼ੀ ਲੈ ਕੇ ਆਉਂਦਾ, ਕੱਪੜੇ ਖਰੀਦ ਕੇ ਲਿਆਉਂਦਾ ਜਾਂ ਹੋਰ ਕੋਈ ਛੋਟਾ ਮੋਟਾ ਕੰਮ ਕਰਦਾ, ਉਹ ਆਪਣੇ ਬੱਚਿਆਂ ਕੋਲ ਨਹੀਂ ਜਾਂਦਾ? ਬੱਚੇ ਵੀ ਕਿਹੜਾ ਸਾਰਾ ਦਿਨ ਘਰੇ ਬੈਠੇ ਰਹਿੰਦੇ, ਉਹ ਵੀ ਤਾਂ ਬਾਹਰ ਅੰਦਰ ਜਾਂਦੇ, ਉਹ ਵੀ ਤਾਂ ਬਾਹਰ ਅੰਦਰ ਜਾਂਦੇ ਨੇ। ਇਸ ਕਰਕੇ ਸਾਨੂੰ ਇੱਕ ਬਹੁਤ ਵੱਡੀ ਤਰਾਸਦੀ ਹੈ। ਮੈਂ ਤੁਹਾਡੇ ਨਾਲ ਜਿਹੜੀ ਗੱਲ ਸ਼ੇਅਰ ਕਰਨ ਲੱਗਾ ਕਿ ਸਾਡੇ ਬੱਚਿਆਂ ਨੂੰ ਪੰਜਾਬੀ ਨਹੀਂ ਆਉਂਦੀ। ਹੁਣ ਮੈਨੂੰ ਸੈਂਟਰ ਦੇ ਵਿੱਚ ਮੈਂ ਪਿਛਲੇ ਸਾਲ ਤੋਂ ਪੰਜਾਬੀ, ਮਤਲਬ ਕਿ ਜਦੋਂ ਪਹਿਲਾਂ ਸੈਂਟਰ ਖੁੱਲ੍ਹੇ ਸੀਗੇ ਮਾਰਚ ਤੋਂ ਪਹਿਲਾਂ, ਅਸੀਂ ਪੰਜਾਬੀ ਪੜ੍ਹਾ ਕੇ ਬੱਚਿਆਂ ਨੂੰ ਸਮਝਾਇਆ ਕਿ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ। ਪੰਜਾਬੀ ਦਾ ਕੋਈ ਸ਼ਬਦ ਇੱਦਾਂ ਦਾ ਬੋਲਦੀ ਹੈ, ਸਾਹਿਤਕ ਸ਼ਬਦ ਜਿਹੜਾ ਆਮ ਬੋਲਚਾਲ ਦੀ ਭਾਸ਼ਾ 'ਚ ਨਹੀਂ ਵਰਤਿਆ ਜਾਂਦਾ, ਬੱਚਿਆਂ ਨੂੰ ਉਹਦਾ ਮੀਨਿੰਗ ਨਹੀਂ ਪਤਾ ਹੁੰਦਾ। ਪਰਸੋਂ ਚੌਥੇ ਹੀ ਇੱਕ ਬੱਚੇ ਨੇ ਮੈਨੂੰ ਪੁੱਛਿਆ ਕਿ ਸਰ ਬਾਸ਼ਿੰਦੇ ਦਾ ਕੀ ਮਤਲਬ ਹੁੰਦਾ? ਬਾਸ਼ਿੰਦੇ ਕੌਣ ਹੁੰਦੇ ਨੇ? ਕਿ ਉਹਨਾਂ ਨੂੰ ਬਾਸ਼ਿੰਦੇ ਦਾ ਮਤਲਬ ਜੇ ਕਹਿ ਦਈਏ ਕਿ ਯਾਰ ਨਿਰਪੱਖ ਗੱਲ, ਕਹਿੰਦੇ ਨਿਰਪੱਖ ਗੱਲ ਕੀ ਹੁੰਦੀ ਹੈ? ਮਤਲਬ ਸਾਡੇ ਹਾਲਾਤ ਦੇਖੋ ਕੀ ਬਣੇ ਪਏ ਆ ਕਿ ਸਾਡਾ ਜਿਹੜਾ ਸਿਰਫ ਤੇ ਸਿਰਫ ਅੰਕੜਿਆਂ ਦੀ ਗੇਮ 'ਚ ਹੀ ਸਾਨੂੰ ਉਲਝਾ ਕੇ ਰੱਖਿਆ ਹੋਇਆ ਕਿ ਇੰਨੇ ਬੱਚੇ ਪਾਸ ਹੋ ਗਏ, ਇੰਨੇ ਬੱਚੇ ਪਾਸ ਹੋ ਗਏ। ਇਸ ਕਰਕੇ ਮੈਨੂੰ ਬੜਾ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਸਰਕਾਰਾਂ, ਮੈਂ ਨਾ ਲੋਕਡਾਊਨ ਤੋਂ ਪਹਿਲਾਂ ਸਰਕਾਰਾਂ ਨੂੰ ਬੜੀਆਂ ਚਲਾਕ ਅਤੇ ਆਮ ਲੋਕਾਂ ਨੂੰ ਬੜੇ ਬੇਵਕੂਫ ਸਮਝਦਾ ਹੁੰਦਾ ਸੀ ਕਿ ਯਾਰ ਬੜੇ ਚਲਾਕ ਬੰਦੇ ਨੇ ਸਾਡੇ 'ਤੇ ਰਾਜ ਕਰ ਰਹੇ ਨੇ। ਪਰ ਜਿਹੜੀਆਂ ਇਹਨਾਂ ਨੇ ਪਾਲਿਸੀਜ਼ ਲਿਆਂਦੀਆਂ ਲੋਕਡਾਊਨ ਦੇ ਦਰਮਿਆਨ, ਜਿਵੇਂ ਹੁਣ ਚੱਲ ਰਹੀ ਹੈ ਰਾਤ ਦਾ ਲੋਕਡਾਊਨ ਕਿ ਤੁਸੀਂ ਬਾਹਰ ਨਿਕਲਣਾ, ਕਰਫਿਊ ਲੱਗਿਆ ਹੋਇਆ ਜੀ, ਠੀਕ ਹੈ, 9 ਤੋਂ 5। ਤੁਸੀਂ ਆਪਣੀ ਕਾਰ ਦੇ ਵਿੱਚ ਆਪਣੀ ਫੈਮਿਲੀ ਨਾਲ ਜਾ ਰਹੇ ਹੋ, ਤੁਹਾਡੇ ਮਾਸਕ ਲੱਗੇ ਹੋਣੇ ਚਾਹੀਦੇ ਆ ਜੀ। ਕਾਰ ਦੇ ਵਿੱਚ ਦਿੱਲੀ ਹਾਈ ਕੋਰਟ ਕਹਿੰਦੀ ਹੈ ਚਾਹੇ ਇੱਕ ਬੰਦਾ ਬੈਠਾ ਹੋਵੇ, ਪਬਲਿਕ ਪ੍ਰੋਪਰਟੀ ਹੁੰਦੀ ਹੈ, ਤੁਹਾਡੇ ਮਾਸਕ ਲੱਗਿਆ ਹੋਣਾ ਚਾਹੀਦਾ ਜੀ। ਮਤਲਬ ਕਿਹੜੀਆਂ ਹਾਸੋਹੀਣੀਆਂ ਸੈਟਰਡੇ ਸੰਡੇ ਨੂੰ ਤੁਸੀਂ ਪਿਛਲੇ ਸਾਲ ਦੀਆਂ ਗੱਲਾਂ ਨੇ, ਸੈਟਰਡੇ ਸੰਡੇ ਨੂੰ ਲੋਕਡਾਊਨ ਲਗਾਇਆ ਹੋਇਆ ਸੀ ਅਤੇ 9 ਤੋਂ 5 ਤੁਸੀਂ ਸੜਕ 'ਤੇ ਨਿਕਲ ਸਕਦੇ ਹੋ। ਇਹ ਕਿਹੜੀਆਂ ਪੋਲਿਸੀਜ਼ ਨੇ? ਕਿਹੜੇ ਐਡੇ ਤੇਜ਼ ਦਿਮਾਗ ਬੰਦੇ ਬੈਠੇ ਨੇ ਜਿਨ੍ਹਾਂ ਨੂੰ ਕਰੋਨਾ ਦੱਸਦਾ ਕਿ ਭਾਈ ਮੈਂ ਇੰਨੇ ਵਜੇ ਫਲਾਨੀ ਥਾਂ ਪਹੁੰਚਣਾ, ਇੰਨੇ ਵਜੇ ਰੈਲੀਆਂ ਦੇ ਵਿੱਚ ਨਹੀਂ ਜਾਂਦਾ, ਠੇਕਿਆਂ 'ਤੇ ਕਰੋਨਾ ਨਹੀਂ ਜਾਂਦਾ। ਬੰਗਾਲ ਦੇ ਵਿੱਚ ਹੈ ਨਹੀਂ ਸੀ, ਕਹਿੰਦੇ ਵੀ ਬੰਗਾਲ 'ਚ ਰੈਲੀਆਂ ਵੱਡੀਆਂ ਰੈਲੀਆਂ। ਪੰਜਾਬ ਦੇ ਵਿੱਚ MC ਦਾ ਇਲੈਕਸ਼ਨ ਹੋ ਕੇ ਹਟਿਆ, ਉਦੋਂ ਕਰੋਨਾ ਕਿੱਥੇ ਸੀ? ਅਸੀਂ ਤਾਂ ਇਹ ਵੀ ਮੰਗ ਕਰਦੇ ਹਾਂ ਕੈਪਟਨ ਸਰਕਾਰ ਤੋਂ ਕਿ ਮੈਨੂੰ ਲੱਗਦਾ ਕਿ ਕਾਂਗਰਸ ਦੀ ਸਰਕਾਰ ਦੁਬਾਰਾ ਆ ਹੀ ਜਾਣੀ ਹੈ ਅਤੇ ਕੈਪਟਨ ਸਰਕਾਰ ਨੂੰ ਸਾਡੀ ਬੇਨਤੀ ਹੈ ਵੀ ਸਰਕਾਰ ਹੁਣੇ ਭੰਗ ਕਰ ਦਿਓ, ਇਲੈਕਸ਼ਨ ਦਾ ਐਲਾਨ ਕਰ ਦਿਓ, ਕਰੋਨਾ ਭੱਜ ਜੂਗਾ। ਕਿਉਂਕਿ ਜਿੱਥੇ ਜਿੱਥੇ ਇਲੈਕਸ਼ਨ ਹੋ ਰਿਹਾ ਉੱਥੇ ਉੱਥੇ ਕਰੋਨਾ ਹੈ ਨਹੀਂ ਗਾ। ਸੋ ਜਿਹੜੀ ਇਹ ਬਿਲਕੁਲ ਮਤਲਬ ਭਾਰਤ ਦੇ ਵਿੱਚ ਕੀ ਚੱਲ ਰਿਹਾ ਇਸ ਟਾਈਮ ਕਿਸੇ ਨੂੰ ਸਮਝ ਨਹੀਂ ਆ ਰਹੀ, ਕਿਹੜੀਆਂ ਪਾਲਿਸੀਆਂ ਬਣ ਰਹੀਆਂ ਨੇ, ਸਾਰੇ ਬੰਦਿਆਂ ਦੇ ਬਸ ਹਵਾਈ ਕਿਲੇ ਸਾਰੇ ਜਾ ਰਹੇ ਆ। ਪਿਛਲੇ ਸਾਲ 20 ਲੱਖ ਕਰੋੜ ਦਾ ਪੈਕੇਜ ਦਿੱਤਾ ਗਿਆ ਸੀਗਾ, ਮੈਨੂੰ ਲੱਗਦਾ ਸਾਡੇ ਤੋਂ ਹਜੇ ਪੈਸੇ ਨਹੀਂ ਸਾਂਭੇ ਜਾ ਰਹੇ। ਉਹ ਜਿਹੜਾ ਪ੍ਰਧਾਨ ਮੰਤਰੀ ਨੇ ਬਹਿ ਕੇ ਐਲਾਨ ਕੀਤਾ ਸੀ, ਨਿਰਮਲਾ ਸੀਤਾਰਮਨ ਜੀ ਨੇ ਕਿਹਾ ਸੀ ਕਿ ਤੁਹਾਨੂੰ 20 ਲੱਖ ਕਰੋੜ ਦਾ ਪੈਕੇਜ ਦਿੰਦੇ ਹਾਂ ਅਸੀਂ। ਬੰਦਿਆਂ ਦਾ ਜਿਹੜੇ ਆਮ ਨਾਗਰਿਕ ਨੇ, ਮਿਡਲ ਕਲਾਸ, ਅਪਰ ਮਿਡਲ ਕਲਾਸ, ਲੋਅਰ ਮਿਡਲ ਕਲਾਸ ਆ ਜਿਹੜੀ, ਉਹਦਾ ਲੱਕ ਟੁੱਟਿਆ ਪਿਆ। ਲੋਕਾਂ ਕੋਲ ਪੈਸੇ ਨਹੀਂ ਹੈਗੇ ਕਿਉਂਕਿ ਮਾਰਕੀਟ ਦੇ ਉੱਤੇ ਵੀ ਬਹੁਤ ਵੱਡਾ ਅਸਰ ਪਿਆ ਇਸ ਚੀਜ਼ ਦਾ, ਠੀਕ ਆ। ਜੇ ਹੁਣ ਤੁਸੀਂ ਕਹਿ ਰਹੇ ਹੋ ਕਿ ਵਿਆਹ ਸਿਰਫ 100 ਬੰਦਾ ਕਰੇ ਅਤੇ ਜਿੱਥੇ 500 ਬੰਦੇ ਦਾ ਇਕੱਠ ਹੋਣਾ ਸੀ 100 ਬੰਦਾ ਰਹਿ ਰਿਹਾ, ਅਤੇ ਉਹਦੇ ਵਿੱਚ ਦੇਖੋ ਕਿੰਨੇ ਬੰਦੇ ਕੰਮ ਕਰਨ ਵਾਲੇ ਸੀ, ਕਿੰਨਿਆਂ ਨੂੰ ਉਹਦੀ ਚੀਜ਼ ਨਾਲ ਰੁਜ਼ਗਾਰ ਮਿਲਣਾ ਸੀ। ਮੇਰਾ ਤਾਂ ਖੁਦ ਇੱਕ ਬਿਜ਼ਨਸ ਇਹ ਕਰੋਨਾ ਦੀ ਮਾਰ ਥੱਲੇ ਆਇਆ। ਮੈਂ ਕਰੋਨਾ ਤੋਂ ਇਹਦੇ ਲੋਕਡਾਊਨ ਹੋਣ ਤੋਂ 6-7 ਮਹੀਨੇ ਪਹਿਲਾਂ ਸ਼ੁਰੂ ਕੀਤਾ ਸੀ, ਮੈਂ ਉਹਨੂੰ ਬੰਦ ਕਰ ਦਿੱਤਾ। ਮੈਨੂੰ ਲੱਗਿਆ ਕਿ ਨਹੀਂ, ਜੇ ਮੈਂ ਇਹਨੂੰ ਕੰਟੀਨਿਊ ਕਰਾਂਗਾ ਕਿ ਸ਼ਾਇਦ ਮੈਨੂੰ ਜੇਬੋਂ ਪੈਸੇ ਪਾਉਣੇ ਪੈਣਗੇ। ਮੈਂ ਬੜੇ ਸ਼ੌਂਕ ਨਾਲ ਸ਼ੁਰੂ ਕੀਤਾ ਸੀ, ਬੜੇ ਪੈਸੇ ਲਾਏ ਸੀ ਉੱਤੇ, ਪਰ ਮੈਨੂੰ ਲੱਗਿਆ ਕਿ ਨਹੀਂ ਯਾਰ ਇਹ ਠੀਕ ਨਹੀਂ ਹੈਗਾ, ਤਾਂ ਮੈਨੂੰ ਖੁਦ ਨੂੰ ਬੰਦ ਕਰਨਾ ਪੈ ਰਿਹਾ ਆਪਣਾ ਕੰਮ। ਤਾਂ ਫਿਰ ਹੋਰ ਵੀ ਮੈਨੂੰ ਲੱਗਦਾ ਕਿ ਜੇ ਮੇਰੇ 'ਤੇ ਮਾਰ ਪਈ ਆ ਤਾਂ ਹੋਰ ਵੀ ਮੇਰੇ ਵਰਗੇ ਬਹੁਤ ਵੀਰ ਭਾਈ ਨੇਗੇ। ਅਸੀਂ ਐਡੇ ਬਹੁਤ ਅਮੀਰ ਘਰਾਂ ਦੇ ਜਵਾਕ ਨਹੀਂ ਹੈਗੇ, ਅਤੇ ਬਹੁਤ ਬੰਦਿਆਂ 'ਤੇ ਮਾਰ ਪਈ ਆ ਮੇਰੇ ਖਿਆਲ ਨਾਲ। ਤੁਹਾਡੇ ਹਿਸਾਬ ਨਾਲ ਕੀ ਲੱਗਦਾ ਹੈ ਕਿ ਜਿਹੜਾ ਐਜੂਕੇਸ਼ਨ ਦੇ ਉੱਤੇ ਜਿਹੜਾ ਔਨਲਾਈਨ ਲੈ ਕੇ ਆਏ ਆ, ਅੱਗੇ ਵੀ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਕਿ ਹੌਲੀ ਹੌਲੀ ਹੋ ਸਕਦਾ ਵੀ ਜਿਹੜਾ ਔਨਲਾਈਨ ਸਿਸਟਮ ਹੀ ਰਹਿ ਜੇ, ਅਧਿਆਪਕਾਂ ਨੂੰ ਖਤਮ ਕਰ ਦਿੱਤਾ ਜਾਵੇ, ਸਕੂਲਾਂ ਨੂੰ ਕਿਤੇ ਪਿੱਛੇ ਕਰ, ਇਹ ਕੀ ਪਾਲਿਸੀਆਂ ਨਵੀਂ ਸਿੱਖਿਆ ਨੀਤੀ ਤਹਿਤ ਹੋ ਰਿਹਾ? ਸਰਕਾਰ ਕਰੋਨਾ ਦੀ ਆੜ 'ਚ ਕਰ ਰਹੀ ਹੈ ਜਾਂ ਕੀ ਹੈ? ਕਰੋਨਾ ਵਾਕਈ ਬਿਮਾਰੀ ਹੈ ਜਾਂ ਦੀ ਆੜ ਦੇ ਵਿੱਚ ਅਜਿਹਾ ਕੁਝ ਲਿਆਂਦਾ ਜਾਂਦਾ? ਦੇਖੋ ਜੀ, ਜਦੋਂ ਵੱਡੀ ਚੱਲਦੀ ਹੁੰਦੀ ਆ ਹੈ ਨਾ, ਜਦੋਂ ਜੰਗ ਲੱਗਦੀ ਆ, ਫਿਰ ਉਹਦੇ ਵਿੱਚ ਫਿਰ ਛੋਟੀਆਂ ਛੋਟੀਆਂ ਗੇਮਸ ਖੇਡੀਆਂ ਵੀ ਜਾਂਦੀਆਂ ਹੁੰਦੀਆਂ,
ਠੀਕ ਆ। ਫਿਰ ਉੱਥੇ ਜਦੋਂ ਵੱਡੀਆਂ ਦੋ ਧਿਰਾਂ ਲੜਦੀਆਂ ਹੁੰਦੀਆਂ ਨੇ, ਫਿਰ ਛੋਟੇ ਛੋਟੇ ਸੈਨਾਪਤੀ ਹੁੰਦੇ ਉਹ ਆਪਸ 'ਚ ਵੀ ਲੜਦੇ ਹੁੰਦੇ ਆ। ਠੀਕ ਆ, ਉਹਨਾਂ ਨੇ ਇਹ ਹੁੰਦਾ ਕਿ ਅਸੀਂ ਇਹਨਾਂ ਦੀ ਟੁਕੜੀ ਨੂੰ ਹੀ ਹਰਾਉਣਾ। ਫਿਰ ਟੁਕੜੀਆਂ 'ਚ ਵੀ ਜੰਗ ਲੱਗੀ ਹੁੰਦੀ ਆ। ਫਿਰ ਇਹ ਜਿਹੜੀ ਜੰਗ ਆ ਅਜੀਬੋ ਗਰੀਬ ਕਿਸਮ ਦੀ ਲੱਗੀ ਹੋਈ ਆ, ਕਿਉਂਕਿ ਸਾਡੇ ਪ੍ਰਧਾਨ ਮੰਤਰੀ ਜੀ ਕਹਿੰਦੇ ਨਾ ਆਪਦਾ ਚ ਅਫਸਰ। ਹੁਣ ਕਈਆਂ ਨੇ ਆਪਦਾ ਚ ਅਫਸਰ ਵੀ ਕੱਢ ਲਿਆ ਵੀ ਉਹਨਾਂ ਨੂੰ ਲੱਗਿਆ ਕਿ ਤੁਸੀਂ ਦੇਖੋ ਮਾਸਕ ਦੀ ਵਿਕਰੀ ਹੋਈ ਆ, ਸੈਨੀਟਾਈਜ਼ਰ ਦਾ। ਹੁਣ ਪਹਿਲਾਂ ਦੇਖੋ ਸੈਨੀਟਾਈਜ਼ਰ ਵਿਕ ਰਿਹਾ, ਹੁਣ ਕੋਈ ਸੈਨੀਟਾਈਜ਼ਰ ਦਾ ਨਾਂ ਨਹੀਂ ਲੈਂਦਾ ਕਿ ਸੈਨੀਟਾਈਜ਼ ਕਰੋ। ਪਹਿਲਾਂ ਕਿੰਨਾ ਕੁਛ ਹੋਇਆ। ਇਹ ਫਿਰ ਛੋਟੀਆਂ ਓਪਰਚੁਨਿਟੀਜ਼ ਲੋਕਾਂ ਨੇ ਲੱਭ ਲਈਆਂ। ਇਸ ਟਾਈਮ ਹਾਲਾਤ ਕੀ ਬਣੇ ਹੋਏ ਨੇ ਕਿ ਅਡਾਨੀ ਦੀ ਜਿਹੜੀ ਟੋਟਲ ਵੈਲਥ ਹੈ, ਜਿਹੜੀ ਪਿਛਲੇ 1 ਸਾਲ 'ਚ ਬਣੀ ਹੈ, ਉਹਨੇ ਬਿਲ ਗੇਟਸ ਵਰਗਿਆਂ ਨੂੰ ਪਿੱਛੇ ਸੁੱਟ ਦਿੱਤਾ, ਐਲਨ ਮਸਕ ਵਰਗਿਆਂ ਨੂੰ ਪਿੱਛੇ ਸੁੱਟ ਦਿੱਤਾ। ਉਹਦੀ $19 ਬਿਲੀਅਨ ਤੋਂ ਮੇਰੇ ਖਿਆਲ $58 ਬਿਲੀਅਨ ਤੇ ਉਹਦੀ ਵੈਲਥ ਬੰਦੇ ਦੀ ਚਲੀ ਗਈ ਹੈ ਅਡਾਨੀ ਦੀ। ਜੇ ਮੈਂ ਥੋੜ੍ਹੀ ਬਹੁਤੀ ਮੇਰੇ ਤੋਂ ਸ਼ਾਇਦ ਗਲਤੀ ਹੋ ਰਹੀ ਹੋਗੀ, ਜ਼ਿਆਦਾ ਗਲਤੀ ਨਹੀਂ ਹੋਈ, ਕਿ ਉਹਨੇ ਕਿੰਨੀ ਵੈਲਥ ਇਕੱਠੀ ਕਰ ਲਈ ਹੈ। ਕਰੋੜਪਤੀਆਂ ਦੀ ਗਿਣਤੀ ਵੱਧ ਰਹੀ ਹੈ ਦਿਨ ਬ ਦਿਨ, ਅਰਬਪਤੀਆਂ ਦੀ ਗਿਣਤੀ ਵੱਧ ਰਹੀ ਹੈ। ਇਹ ਕੀ ਹੈ ਕਿ ਉਹਨਾਂ ਲਈ ਆ ਹੁਣ ਚੱਲ ਰਿਹਾ ਫਿਰ ਸਾਰਾ ਕੁਝ। ਸਾਨੂੰ ਤਾਂ ਭੇਡਾਂ ਬੱਕਰੀਆਂ ਬਣਾ ਦਿੱਤਾ ਗਿਆ ਕਿ ਜਿਹੜਾ ਤੁਹਾਡੇ ਪ੍ਰਧਾਨ ਮੰਤਰੀ ਮਾਸਕ ਨਹੀਂ ਲਊਗਾ ਕੋਈ ਚੱਕਰ ਨਹੀਂ, ਆਮ ਪਬਲਿਕ ਦੇ ਮਾਸਕ ਨਹੀਂ ਲੱਗਿਆ ਹੋਊਗਾ ਉਹ ਤੋਂ ਜੁਰਮਾਨਾ ਵਸੂਲਿਆ ਜਾਊਗਾ। ਫਿਰ ਇਹ ਕੀ ਚੱਲ ਰਿਹਾ ਸਾਰਾ ਕੁਛ। ਕੱਲ੍ਹ ਆਪਣੇ ਸਾਡੇ ਪੰਜਾਬ ਦੇ ਸਿੱਖਿਆ ਮੰਤਰੀ ਜੀ, ਠੀਕ ਆ, ਉਹਨਾਂ ਦੇ ਮਾਸਕ ਲੱਗਿਆ ਹੋਇਆ ਸੀਗਾ, ਉਹ ਇੱਕ ਟੂਰਨਾਮੈਂਟ ਦਾ ਉਦਘਾਟਨ ਕਰ ਰਹੇ ਸੀ, ਕ੍ਰਿਕਟ ਟੂਰਨਾਮੈਂਟ ਖੇਡਿਆ ਜਾ ਰਿਹਾ। ਕੀ ਉੱਥੇ ਛੋਟੇ ਬੱਚੇ ਨਾ ਹੋਣਗੇ ਕ੍ਰਿਕਟ ਟੂਰਨਾਮੈਂਟ ਖੇਡਣ? ਨਾ ਆਏ ਹੋਣਗੇ। ਇਹ ਸਮਝ ਹੀ ਨਹੀਂ ਆ ਰਹੀ ਕਿ ਚੱਲ ਕੀ ਰਿਹਾ। ਤਾਂ ਜਿਹੜੀ ਤੁਸੀਂ ਗੱਲ ਕੀਤੀ ਹੈ, ਪ੍ਰਧਾਨ ਮੰਤਰੀ ਵੱਲੋਂ ਵੀ ਇੱਕ ਬਿਆਨ ਦਿੱਤਾ ਗਿਆ ਸੀਗਾ, ਸਿੱਖਿਆ 'ਤੇ ਅਸੀਂ ਗੱਲਬਾਤ ਕਰ ਰਹੇ ਹਾਂ, ਉਹਦੇ ਨਾਲ ਸੰਬੰਧਿਤ ਸੀ। ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ ਹੈ, ਜਿਵੇਂ ਪਹਿਲਾਂ ਸਾਡੇ ਟੀਚਰ ਕਹਿ ਦਿੰਦੇ ਹੁੰਦੇ ਸੀਗੇ ਕਿ ਜਿਹੜੇ ਅਸੀਂ ਜਦੋਂ ਪੇਪਰ ਦਿੰਦੇ ਸੀ ਸਾਨੂੰ ਕਿ ਸੌਖੇ ਸਵਾਲ ਆ ਜਿਹੜੇ ਉਹ ਪਹਿਲਾਂ ਕਰ ਲਿਆ ਕਰੋ, ਜਿਹੜੇ ਔਖੇ ਆ ਬਾਅਦ 'ਚ। ਪ੍ਰਧਾਨ ਮੰਤਰੀ ਨੇ ਉਹਦੇ ਇੱਕ ਨਵੀਂ ਐਗਜ਼ਾਮਪਲ ਦਿੱਤੀ, ਕਹਿੰਦੇ ਪਹਿਲਾਂ ਔਖੇ ਕਰੋ ਬਾਅਦ 'ਚ ਸੌਖੇ ਕਰੋ। ਕੀ ਲੱਗ ਰਿਹਾ ਹੈ, ਕਈ ਵਾਰ ਪ੍ਰਧਾਨ ਮੰਤਰੀ ਜੀ ਇਹੋ ਜਿਹੀਆਂ ਬਿਆਨ ਦੇ ਚੁੱਕੇ ਆ, ਕਿਤੇ ਨਾਲੀ ਦੇ ਵਿੱਚੋਂ ਗੈਸ ਬਣਾਉਣ ਦੀਆਂ ਵੀ ਪੈਪ ਲਾ ਦਿਓ ਅਤੇ ਜਿਹੜਾ ਚੁੱਲ੍ਹਾ ਜਲ ਜੂਗਾ, ਜਾਂ ਹੋਰ ਵੱਖੋ ਵੱਖਰੇ ਤਰੀਕੇ ਦੀਆਂ। ਇਹ ਕੀ ਤੁਹਾਨੂੰ ਲੱਗ ਕੀ ਇਹ, ਅਤੇ ਤੁਸੀਂ ਸਮਝਦੇ ਕੀ ਹੋ ਤੁਸੀਂ? ਉਹਦਾ ਬਸ ਜੀ ਇੱਕ ਹੁੰਦਾ ਨਾ ਸਿਸਟਮ ਕਿ ਕੋਈ ਆਪਣਾ ਸ਼ਗੂਫਾ ਛੱਡ ਦਿਓ, ਜਨਤਾ ਫਿਰ ਉਹਦੇ 'ਚ ਉਲਝ ਜਾਂਦੀ ਹੈ। ਜੇ ਉਹਨਾਂ ਨੇ ਇਹ ਬਿਆਨ ਨਾ ਦਿੱਤਾ ਹੁੰਦਾ ਤੁਸੀਂ ਮੈਨੂੰ ਸਵਾਲ ਨਹੀਂ ਸੀ ਕਰਨਾ, ਸ਼ਾਇਦ ਆਪਾਂ ਹੋਰ ਪ੍ਰੋਡਕਟਿਵ ਗੱਲਬਾਤ ਕਰ ਲੈਂਦੇ ਇਹ ਤੋਂ ਵੀ ਵਧੀਆ। ਪਰ ਉਹ ਕੀ ਹੁੰਦਾ ਕਿ ਜਦੋਂ ਇੱਦਾਂ ਦੇ ਬਿਆਨ ਆਉਂਦੇ ਆ, ਫਿਰ ਉਹ ਸਾਡੇ ਜਿਹੜੀ ਧਿਆਨ ਆ ਜਿਹੜਾ ਸਹੀ ਮੁੱਦਿਆਂ ਤੋਂ ਹਟ ਜਾਂਦਾ ਕੁਛ ਕੁ ਸਮੇਂ ਲਈ। ਫਿਰ ਉਹ ਇੱਕ ਜਿਹੜਾ ਅਸੀਂ ਬਿਆਨ ਦਿੱਤਾ ਹੁੰਦਾ ਉਹਦੇ ਪਿੱਛੇ ਪੈ ਜਾਂਦੇ ਹਾਂ। ਅਤੇ ਇਹ ਲੱਗਦਾ ਹੀ ਹੁੰਦਾ ਹਮੇਸ਼ਾ ਵੀ ਉਹਨਾਂ ਨੇ ਪਹਿਲਾਂ ਵੀ ਕਿਹਾ ਸੀ ਹੈ ਨਾ ਕਿ ਗਲੋਬਲ ਵਾਰਮਿੰਗ ਤਾਂ ਨਹੀਂ ਹੋ ਰਹੀ, ਅਤੇ ਪਰ ਸਾਡਾ ਸਰੀਰ ਆ ਜਿਹੜਾ ਉਹਦੀ ਸਹਿਣ ਸ਼ਕਤੀ ਘਟ ਗਈ ਹੈ ਪਹਿਲਾਂ ਨਾਲੋਂ। ਉਹ ਵੀ ਬਿਆਨ ਪੁੱਠੇ ਸੀ। ਸਾਇੰਟਿਸਟ ਕਹਿ ਰਹੇ ਸੀ ਗਲੋਬਲ ਵਾਰਮਿੰਗ ਹੋ ਰਹੀ ਹੈ, ਉਹ ਕਹਿੰਦੇ ਸੀ ਨਹੀਂ ਗਲੋਬਲ ਵਾਰਮਿੰਗ ਨਹੀਂ ਹੋ ਰਹੀ, ਸਾਡੇ ਸਰੀਰ ਨੇ ਸਹਿਣਾ ਬੰਦ ਕਰ ਦਿੱਤਾ ਕਿ ਸਾਨੂੰ ਹਰੇਕ ਸਾਲ ਹੀ ਲੱਗਦਾ ਹੁੰਦਾ ਕਿ ਪਿਛਲੇ ਸਾਲ ਨਾਲੋਂ ਗਰਮੀ ਜ਼ਿਆਦਾ। ਫਿਰ ਉਹਨਾਂ ਦੇ ਬਿਆਨਾਂ ਨੂੰ ਬਾਰੇ ਤਾਂ ਮੈਂ ਕੋਈ ਜ਼ਿਆਦਾ ਕਹਿ ਨਹੀਂ ਸਕਦਾ ਹੈਗਾ, ਕਿਉਂਕਿ ਉਹਦੇ ਲਈ ਤਾਂ ਕੁਛ ਮਹਾਨ ਬੰਦਿਆਂ ਨੂੰ ਆਪਾਂ ਦੇ ਨਾਲ ਗੱਲਬਾਤ ਕਰਨੀ ਪਊਗੀ ਵੀ ਉਹ ਦੱਸ ਸਕਦੇ ਆ ਵੀ ਜਿਹੜਾ ਉਹ ਲੌਜਿਕ ਦਿੰਦੇ ਹੁੰਦੇ ਆ ਉਹਦੇ 'ਚ ਕਿੰਨੀ। ਹਾਂਜੀ ਹਾਂਜੀ ਹਾਂਜੀ। ਅੱਛਾ, ਅਤੇ ਆਖਰੀ ਸਵਾਲ ਆਪਣਾ ਜਿਹੜੀ ਆਈਲੈਟਸ ਬਾਰੇ ਆ ਵੀ ਹੁਣ ਮਤਲਬ ਬੱਚਿਆਂ ਨੂੰ ਕੀ, ਮਾਪਿਆਂ ਨੂੰ ਕੀ ਸੋਚਣਾ ਚਾਹੀਦਾ, ਕੀ ਕਰਨਾ ਚਾਹੀਦਾ ਵੀ ਜੇ ਇਸ ਤਰੀਕੇ ਨਾਲ ਹੀ ਚੱਲਦਾ ਰਿਹਾ, ਤੁਹਾਡੇ ਕੋਲੇ ਵੀ ਆਉਣਾ ਹੁੰਦਾ, ਕਿਵੇਂ ਬੱਚੇ ਫਿਰ ਆਇਲਸ ਕਲੀਅਰ ਕਰਨਗੇ, ਕਿਵੇਂ ਅੱਗੇ ਵੱਧ ਕੇ ਉਹ ਆਪਣੀ ਜਿਹੜੀ ਕਿ ਵਿਦੇਸ਼ ਜਾਣ ਦਾ ਜਿਹੜਾ ਸੁਪਨਾ ਉਹ ਪੂਰਾ ਕਰ ਸਕਣਗੇ? ਨਹੀਂ ਦੇਖੋ ਜੀ, ਆਲਸ ਤਾਂ ਕੁਛ ਨਹੀਂ ਹੈਗਾ, ਇਹ ਤਾਂ ਇੱਕ ਲੈਂਗੁਏਜ ਦਾ ਟੈਸਟ ਹੈ। ਆਲਸ ਦਾ ਕੋਈ ਮੈਂ ਇਹਨੂੰ ਕੋਈ ਬਹੁਤਾ ਇਹ ਤੋਪ ਨਹੀਂ ਹੈਗੀ ਕਿ ਜਿਹੜੀ ਤੁਸੀਂ ਮਤਲਬ ਚਲਾਉਣੀ ਹੁੰਦੀ ਆ। ਆਲਸ ਇੱਕ ਲੈਂਗੁਏਜ ਦਾ ਟੈਸਟ ਹੈ। ਜੇ ਲੈਂਗੁਏਜ ਤਰੀਕੇ ਨਾਲ ਉਹਦੇ ਬੇਸਿਕਸ ਠੀਕ ਤਰੀਕੇ ਨਾਲ ਪੜ੍ਹਾਇਆ ਨਾ ਗਿਆ, ਉਹਨੂੰ ਸਕੂਲਾਂ 'ਚ ਸਿੱਖਣਾ ਤਾਂ ਉਹਨਾਂ ਨੇ ਬੇਸਿਕ 'ਤੇ ਹੁੰਦਾ ਨਾ, ਸਕੂਲ ਬੰਦ ਹੈ, ਸਕੂਲਾਂ 'ਚ ਪੜ੍ਹਾਇਆ ਨਹੀਂ ਜਾ ਰਿਹਾ, ਕਿਵੇਂ? ਹੁਣ ਤੁਸੀਂ ਦੇਖੋ ਮਾਪੇ ਨੇ ਜਿਹੜੇ ਰੋਸ ਪ੍ਰਦਰਸ਼ਨ ਕਰ ਹੀ ਰਹੇ ਹਨ, ਉਹ ਇੱਕ ਦਿਨ ਆਊਗਾ ਹੀ ਮੇਰੇ ਖਿਆਲ। ਜਿੱਦਾਂ ਪਹਿਲਾਂ ਵੀ ਆਪਾਂ ਗੱਲ ਕਰਕੇ ਹਟੇ ਕਿ ਤੁਸੀਂ ਵੀ ਕਹਿ ਰਹੇ ਸੀਗੇ ਜਦੋਂ ਆਪਾਂ ਪਹਿਲਾਂ ਗੱਲਬਾਤ ਕਰ ਰਹੇ ਸੀ ਕਿ ਯਾਰ ਲੋਕਾਂ ਨੂੰ ਇਸ ਚੀਜ਼ ਬਾਰੇ ਬੋਲਣਾ ਪਊਗਾ, ਲੋਕਾਂ ਨੂੰ ਉੱਠਣਾ ਪਊਗਾ। ਜੇ ਅਸੀਂ ਇੱਦਾਂ ਹੀ ਸਿਸਟਮ ਚੱਲਦਾ ਰਿਹਾ, ਹਾਲਾਤ ਵੱਧ ਤੋਂ ਬੱਤਰ ਹੁੰਦੇ ਜਾ ਰਹੇ ਆ 2014 ਤੋਂ ਬਾਅਦ। ਜੇ ਇਹੀ ਹਾਲਾਤ ਚੱਲਦਾ ਰਿਹਾ, ਮੈਨੂੰ ਲੱਗਦਾ ਹਾਲਾਤ ਹੋਰ ਗੰਭੀਰ ਹੋਣਗੇ। ਲੋਕਾਂ ਜਦੋਂ ਵੀ ਤੁਸੀਂ ਇੱਕ ਗੱਲ ਤੁਸੀਂ ਮਨਿੰਦਰ ਜੀ ਦੇਖੋ, ਤੁਹਾਡੀਆਂ ਵੀ ਮੈਂ ਇੰਟਰਵਿਊਜ਼ ਪਹਿਲਾਂ ਵੀ ਮੈਂ ਹਿੱਸਾ ਲਿਆ ਕਿ ਸਾਡੀ ਜਿਹੜੀ ਗੱਲਬਾਤ ਹੁੰਦੀ ਆ ਪੋਲੀਟਿਕਸ ਨੂੰ ਲੈ ਕੇ ਜ਼ਿਆਦਾ ਹੁੰਦੀ ਆ। ਅਸੀਂ ਪੋਲੀਟਿਕਸ ਨੂੰ ਲੈ ਕੇ ਬਹੁਤ ਵਿਚਰਦੇ ਹਾਂ, ਪਰ ਕਦੇ ਵੀ ਜਿਹੜੀਆਂ ਬੇਸਿਕ ਚੀਜ਼ਾਂ ਹੁੰਦੀਆਂ ਨੇ, ਸਮਾਜਿਕ ਗੱਲਾਂ ਹੁੰਦੀਆਂ ਨੇ, ਸਮਾਜ ਵਿਗਿਆਨ ਹੁੰਦਾ, ਐਜੂਕੇਸ਼ਨ ਬਾਰੇ ਕੋਈ ਗੱਲ ਨਹੀਂ ਕਰਦਾ। ਤੁਸੀਂ ਦੇਖੋ ਪੰਜਾਬ ਦੇ ਵਿੱਚ ਕਿੰਨੇ ਕੁ ਬੰਦੇ ਇਸ ਮੁੱਦੇ ਨੂੰ ਲੈ ਕੇ ਸੀਰੀਅਸ ਆ ਕਿ ਯਾਰ ਸਕੂਲ ਬੰਦ ਪਏ ਆ। ਠੀਕ ਹੈ, ਵੈਨਾਂ ਵਾਲੇ ਵੀਰ ਵੀ ਆਪਣੀਆਂ ਫਰੀਦਕੋਟ ਉਹਨਾਂ ਨੇ ਇੱਕ ਪ੍ਰੋਗਰਾਮ ਰੱਖਿਆ ਸੀਗਾ, ਸਾਰੇ ਕਰ ਰਹੇ ਨੇ। ਬਟ ਆਮ ਕਿੰਨੇ ਮਿੰਟ ਪੋਲੀਟਿਕਸ ਨੂੰ ਲੈ ਕੇ 1 ਘੰਟਾ ਚਰਚਾ ਹੋਊਗੀ, 2 ਘੰਟੇ ਚਰਚਾ ਹੋਊਗੀ, ਬੰਦੇ ਬੈਠੇ ਰਹਿਣਗੇ। ਪਰ ਐਜੂਕੇਸ਼ਨ ਨੂੰ ਲੈ ਕੇ ਕਿੰਨੇ ਮਿੰਟ ਚਰਚਾ ਹੁੰਦੀ ਹੈ? ਫਿਰ ਸਾਨੂੰ ਇਹ ਗੱਲਾਂ ਧਿਆਨ ਦੇਣਾ ਪਊਗਾ ਕਿ ਯਾਰ ਅਸੀਂ ਲੀਡਰਾਂ ਦੀਆਂ ਰੈਲੀਆਂ 'ਚ ਜਾ ਰਹੇ ਹਾਂ, ਉੱਥੋਂ ਵਾਪਸ ਆ ਰਹੇ ਹਾਂ, ਬਟ ਯਾਰ ਅਸੀਂ ਉਹਨਾਂ ਨੂੰ ਇਹ ਨਹੀਂ ਕਹਿ ਰਹੇ ਕਿ ਸਾਡੇ ਬੱਚਿਆਂ ਲਈ ਸਕੂਲ ਖੁਲਵਾ ਦਿਓ। ਫਿਰ ਇਹ ਲੋਕਾਂ ਨੂੰ ਸੋਚਣਾ ਪਊਗਾ। ਸਾਡਾ ਜਿਹੜਾ ਬੌਧਿਕ ਪੱਧਰ ਹੈ, ਸਾਨੂੰ ਉਹਨੂੰ ਉੱਪਰ ਚੁੱਕਣਾ ਪਊਗਾ ਅਤੇ ਇਹ ਗੱਲਾਂ ਆਪਣੀਆਂ ਰੱਖਣੀਆਂ ਪੈਣਗੀਆਂ ਕਿ ਯਾਰ ਸਾਨੂੰ ਆਹ ਸਮੱਸਿਆਵਾਂ ਇਹਨਾਂ ਦਾ ਹੱਲ ਕਰੋ। ਤਾਂ ਅਸੀਂ ਸਾਰੀ ਗੱਲਬਾਤ ਕੀਤੀ। ਸਾਡੇ ਨਾਲ ਜਿਹੜੇ ਹੈ ਸਕੂਲ ਚਲਾ ਰਹੇ ਆ ਮਨਮਿੰਦਰ ਸਿੰਘ ਜੀ, ਸਚਦੇਵ ਸਿੰਘ ਜੀ ਅਤੇ ਦਿਲਬਾਗ ਸਿੰਘ ਸਿਵੀਆਂ ਜੋ ਆਈਲੈਟਸ ਸੈਂਟਰ ਚਲਾਉਂਦੇ ਆ। ਉਹਨਾਂ ਨੇ ਦੱਸਿਆ, ਪਹਿਲਾਂ ਉਹਨਾਂ ਦੱਸਿਆ ਕਿ ਜਿਹੜੇ ਸਕੂਲਾਂ ਦੇ ਵਿੱਚ ਆਨਲਾਈਨ ਪੜ੍ਹਾਈ ਦੇ ਨਾਲ ਬੱਚਿਆਂ 'ਤੇ ਕੀ ਪ੍ਰਭਾਵ ਪਏ। ਜਿਹੜੇ ਬੱਚੇ ਹੈ
ਉਹ ਜਿਹੜੇ ਸਕੂਲ ਨਾਲੋਂ ਟੁੱਟਣ ਤੋਂ ਬਾਅਦ ਆਨਲਾਈਨ ਪੜ੍ਹਾਈ ਕਰਨ ਦੇ ਨਾਲ ਉਹ ਗਲਤ ਰਸਤਿਆਂ ਤੇ ਵੀ ਤੁਰ ਰਿਹਾ, ਗਲਤ ਚੀਜ਼ਾਂ ਵੀ ਦੇਖ ਰਿਹਾ, ਤੇ ਨਾਲ ਹੀ ਜਿਹੜਾ ਮਾਪਿਆਂ ਦੇ ਉੱਪਰ ਫਾਈਨੈਂਸ਼ੀਅਲ ਬੋਝ ਵੀ ਵਧਿਆ, ਮਾਪਿਆਂ ਨੂੰ ਫੀਸਾਂ ਦੇਣੀਆਂ ਪੈ ਰਹੀਆਂ, ਪਰ ਜਿਹੜੀ ਸਿੱਖਿਆ ਉਹਨਾਂ ਨੂੰ ਸਕੂਲ 'ਚ ਮਿਲਣੀ ਸੀ ਉਹ ਨਹੀਂ ਮਿਲ ਰਹੀ। ਤਾਂ ਗੱਲਬਾਤ ਕੀਤੀ ਆਇਲਟਸ ਬਾਰੇ, ਤਾਂ ਉਹ ਕਿਹਾ ਜਾ ਰਿਹਾ ਕਿ ਪੰਜਾਬੀ ਵੀ ਜਿਹੜੀ ਹੈ ਕਿ ਅੰਗਰੇਜ਼ੀ ਤਾਂ ਗੱਲ ਦੂਰ ਹੈ, ਪੰਜਾਬੀ 'ਤੇ ਵੀ ਹੁਣ ਜਿਹੜੇ ਨੌਜਵਾਨਾਂ ਦੀ, ਸਾਡੇ ਵਿਦਿਆਰਥੀਆਂ ਦੀ ਪਕੜ ਖਤਮ ਹੁੰਦੀ ਜਾ ਰਹੀ ਹੈ ਜਿਸ ਹਿਸਾਬ ਨਾਲ ਦੇਸ਼ ਦਾ ਸਿਸਟਮ ਚੱਲ ਰਿਹਾ। ਨਾਲ ਹੀ ਉਹਨਾਂ ਕੇਂਦਰ ਸਰਕਾਰ 'ਤੇ ਵੀ ਜਿਹੜਾ ਕਿਹਾ ਕਿ ਕੇਂਦਰ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਐਡੀ ਵੱਡੀ ਆਬਾਦੀ ਵਾਲੇ ਦੇਸ਼ ਦੇ ਵਿੱਚ ਅਜਿਹਾ ਕੁਝ ਲੋਕਡਾਊਨ ਵਰਗੀ ਚੀਜ਼ ਨਹੀਂ ਅਜਮਾਉਣੀ ਚਾਹੀਦੀ। ਲੋਕਾਂ ਦੀ ਜਿਹੜੀ ਹੈ ਇਹ ਜਿਹੜੀ ਕਰੋਨਾ 'ਤੇ ਵੀ ਉਹਨਾਂ ਕਿਹਾ ਕਰੋਨਾ ਦੀ ਮੌਤ ਦਰ ਉਨੀ ਨਹੀਂ ਹੈ ਜਿੰਨਾ ਇਹਨੂੰ ਦਿਖਾਇਆ ਵੱਡਾ ਭਿਆਨਕ ਬਣਾਇਆ ਜਾ ਰਿਹਾ। ਤਾਂ ਸੋਚਣ ਦੀ ਲੋੜ ਹੈ ਸਰਕਾਰ ਨੂੰ ਕਿ ਇਸ ਤਰੀਕੇ ਦੇ ਨਾਲ ਹੀ ਚੱਲਦਾ ਰਿਹਾ ਤਾਂ ਜਿਹੜੇ ਸਾਡੇ ਆਉਣ ਵਾਲੇ ਨੌਜਵਾਨ, ਸਾਡੀ ਆਉਣ ਵਾਲੀ ਪੀੜ੍ਹੀ ਹੈ ਉਹ ਕਿਸ ਤਰੀਕੇ ਦੇ ਨਾਲ ਡਾਕਟਰ ਬਣੇਗੀ, ਕਿਸ ਤਰੀਕੇ ਦੇ ਨਾਲ ਸਾਇੰਟਿਸਟ ਬਣੇਗੀ। ਸਿਰਫ ਉਹਨਾਂ ਕੋਲ ਜਿਹੜੇ ਹੈ ਕਾਗਜ਼ ਰਹਿ ਜਾਣਗੇ, ਜਿਹੜੀ ਅਸਲ ਪੜ੍ਹਾਈ ਹੈ, ਜਿਹੜਾ ਅਸਲ ਗਿਆਨ ਹੈ ਉਹ ਤੋਂ ਵਾਂਝੇ ਰਹਿਣਗੇ। ਕੈਮਰਾ ਪਰਸਨ ਲੈਮਨਦੀਪ ਦੇ ਨਾਲ ਮਨਿੰਦਰਜੀਤ ਸਿੱਧੂ, ਜ਼ਿੰਦਾਬਾਦ ਚੈਨਲ, ਫਰੀਦਕੋਟ।